ਜੋ ਇਹ ਬਚਨ ਆਏ ਹਨ ਬਾਣੀ ਦੇ ਕਿ ਸੱਜਣ ਮੈਡਾ ਰੰਗਲਾ ਰੰਗ ਲਾਏ ਮਨ ਲੇ, ਜੋ ਮਾ ਜੀਠੈ ਕੱਪੜੇ ਰੰਗੇ ਭੀ ਪਾਹੇ, ਨਾਨਕ ਰੰਗ ਨਾ ਉਤਰੈ ਬਿਆ ਨਾ ਲੱਗੈ ਕੇਹ। ਜਿਵੇਂ ਕੋਈ ਵਸਤਰ ਰੰਗਣਾ ਹੋਵੇ ਤੇ ਉਹਨੂੰ ਪੱਕਾ ਰੰਗ ਜਿਹੜਾ ਮਜੀਠਾ ਰੰਗ ਚਾੜਨਾ, ਤਾਂ ਪੁਰਾਣੇ ਸਮਿਆਂ ਵਿੱਚ ਜਾਂ ਹੁਣ ਵੀ ਤਕਨੀਕਾਂ ਬਦਲ ਗਈਆਂ, ਪਰ ਉਹਦਾ ਅਸਲ ਵਿੱਚੋਂ ਉਹੀ ਹੈ ਕਿ ਪਹਿਲਾਂ ਪਾਹ ਦਿੰਦੇ ਨੇ ਕੱਪੜੇ ਨੂੰ, ਪਾਹ ਦੇ ਕੇ ਫਿਰ ਜਿਹੜਾ ਹੈ ਰੰਗ ਦੇ ਦਿੰਦੇ ਆ, ਫਿਰ ਉਹ ਪੱਕਾ ਰੰਗ ਉਤਰਦਾ ਨਹੀਂ ਹੈ। ਇਸੇ ਤਰ੍ਹਾਂ ਮਹਾਰਾਜ ਨੇ ਸਾਡੇ ਅੰਦਰ ਭਗਤੀ ਬੰਦਗੀ ਦਾ ਪ੍ਰੇਮ ਰੰਗ ਚਾੜਨਾ ਹੈ, ਬ੍ਰਹਮ ਗਿਆਨ ਰੂਪੀ ਪ੍ਰੇਮ ਰੰਗ ਚਾੜਨਾ ਹੈ, ਤਾਂ ਪਹਿਲਾਂ ਸਾਨੂੰ ਸਤਿਗੁਰੂ ਜੀ ਪਾਹ ਦਿੰਦੇ ਆ। ਪਾਹ ਦੇਣਾ ਕੀ ਹੈ? ਜਦੋਂ ਅਸੀਂ ਸਤਸੰਗ ਵਿੱਚ ਆਉਂਦੇ ਹਾਂ, ਸਾਨੂੰ ਗੁਰੂ ਸਾਹਿਬ ਜੀ ਗੁਰਮੁਖੋ ਇਹ ਉਪਦੇਸ਼ ਕਰਦੇ, ਬੰਦਿਆ ਕੀ ਕਰਦਾ ਹੈ, ਆ ਜਨਮ ਖੁਆਰ ਕਰਦਾ ਹੈ, ਆ ਪਸ਼ੂਆਂ ਵਰਗਾ ਜਨ, ਇਹ ਕੀ ਹੈ? ਇਹ ਪਾਹ ਦੇ ਰਹੇ ਆ ਗੁਰੂ ਸਾਹਿਬ ਜੀ, ਭਾਵ ਕਿ ਸਾਡੇ ਮਾੜੇ ਜਿਹੜੇ ਕਰਮ ਨੇ ਉਹਨਾਂ ਵੱਲੋਂ ਸਾਡੇ ਅੰਦਰ ਲੱਜਾ ਪੈਦਾ ਹੋ ਜੇ, ਸ਼ਰਮ ਪੈਦਾ ਹੋ ਜੇ, ਤੇ ਫਿਰ ਪਰਮਾਤਮਾ ਤੋਂ ਅਸੀਂ ਵਿਛੜੇ ਹੋਏ ਆ, ਇਹ ਸਾਡੇ ਅੰਦਰ ਵਿਰਾਗ ਪੈਦਾ ਹੋ ਜੇ। ਇਸ ਕਰਕੇ ਲੱਜਾ ਔਰ ਵੈਰਾਗ ਇਹ ਪਾਹ ਹੈ, ਤੇ ਇਹ ਪਾਹ ਭਾਈ ਸਤ ਸੰਗਤ ਦੇ ਵਿੱਚ ਦਿੱਤਾ ਜਾਂਦਾ ਹੈ। ਤੇ ਫਿਰ ਜਦੋਂ ਮਾੜੇ ਕਰਮਾਂ ਵੱਲੋਂ ਲੱਜਾ ਹੋ ਗਈ, ਫਿਰ ਇਹਦੇ ਅੰਦਰ ਵਿਰਾਗ ਪੈਦਾ ਹੁੰਦਾ, ਬੰਦਿਆ ਹੈ ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ ਤੇ ਕਰੀ ਕੀ ਜਾਨਾ, ਦੇਖ ਤੂੰ ਵਾਹਿਗੁਰੂ ਤੋਂ ਭੁੱਲਿਆ ਹੋਇਆ। ਵਿਰਾਗ ਕੀ ਹੁੰਦਾ? ਜਦੋਂ ਕਿਤੇ ਆਪਣੇ ਬਹੁਤ ਪਿਆਰੇ ਨੂੰ ਮਿਲਣ ਦੀ ਅੰਦਰ ਚਾਹਨਾ ਹੋ ਜੇ ਤੇ ਉਹ ਦੂਰ ਹੋਵੇ, ਫਿਰ ਅੰਦਰ ਵਿਰਾਗ ਆ ਜਾਂਦਾ ਹੈ। ਵਿਰਾਗ ਦੇ ਵਿੱਚ ਜੋ ਸਰੀਰ ਦੀਆਂ ਅਵਸਥਾ ਬਦਲਦੀਆਂ ਨੇ। ਗੁਰੂ ਸਾਹਿਬ ਜੀ ਜਿਵੇਂ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਕ ਜਗ੍ਹਾ ਬਚਨ ਕਰਦੇ ਆ, ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵੇਦਿਆ ਮੇਰੀ ਮਾਈ। ਮਨ ਦੇ ਵਿੱਚ ਵਿਰਾਗ ਪੈਦਾ ਹੋਣਾ। ਵਿਰਾਗੀ ਹੁੰਦਾ ਕੀ ਹੈ? ਇਹ ਵਿਰਾਗੀ ਦੀਆਂ ਕੀ ਕਿਸਮਾਂ ਨੇ? ਹੁਣ ਆਪਾਂ ਵਿਰਾਗ ਸ਼ਬਦ ਤਾਂ ਸੁਣਦੇ ਆ, ਤੇ ਵਿਰਾਗ ਦੀਆਂ ਗ੍ਰੰਥਾਂ ਦੇ ਵਿੱਚ 9 ਕਿਸਮਾਂ ਲਿਖੀਆਂ। ਇੱਕ ਤਾਂ ਹੈ ਕਾਰਨ ਵੈਰਾਗ, ਵਿਰਾਗ ਅੰਦਰ ਹੋ ਜਾਣਾ। ਜਿਵੇਂ ਕਾਰਨ ਵਿਰਾਗ ਉਹਨੂੰ ਕਹਿੰਦੇ ਆ, ਕੋਈ ਜੀਵਨ 'ਚ ਐਸਾ ਕਾਰਨ ਹੋ ਗਿਆ ਕਿ ਇਹ ਵਿਰਾਗੀ ਬਣ ਗਿਆ। ਜਿਵੇਂ ਕਿ ਭਰਥਰੀ ਦਾ ਜੀਵਨ ਮਿਲਦਾ ਹੈ, ਜੋਗੀ ਭਰਥਰੀ ਹੋਇਆ, ਉਹਦੇ ਅੰਦਰ ਇਹ ਕਾਰਨ ਵਿਰਾਗ ਸੀ, ਕਿਉਂਕਿ ਜਿਹੜੀ ਭਰਥਰੀ ਦੀ ਰਾਣੀ ਸੀ, ਇਹ ਰਾਜਾ ਸੀ ਪਹਿਲਾਂ, ਫਿਰ ਜੋਗੀ ਬਣਿਆ ਵਿਰਾਗੀ ਹੋ ਕੇ। ਇਹਦੀ ਜਿਹੜੀ ਰਾਣੀ ਸੀ ਉਹਦਾ ਨਾਂ ਸੀ ਪਿੰਗਲਾ ਰਾਣੀ। ਉਹਨੂੰ ਇਹ ਬਹੁਤ ਪ੍ਰੇਮ ਕਰਦਾ ਸੀ, ਪਰ ਉਹ ਬੇਵਫਾਈ ਹੋ ਗਈ। ਉਹਦੀ ਬੇਵਫਾਈ ਨੂੰ ਵੇਖ ਕੇ ਵਿਰਾਗੀ ਹੋਇਆ। ਬਹੁਤਾ ਪ੍ਰੇਮ ਸੀ ਆਪਣੀ ਰਾਣੀ ਦੇ ਨਾਲ, ਤੇ ਉਹ ਰਾਣੀ ਦੇ ਗ੍ਰੰਥਾਂ ਵਿੱਚ ਲਿਖਿਆ ਕਿ ਉਹਦਾ ਰਥਵਾਨ ਸੀ ਇੱਕ, ਰਾਣੀ ਦਾ ਰਥ ਨੂੰ ਚਲਾਉਣ ਵਾਲਾ। ਜਿੱਥੇ ਰਾਣੀ ਨੇ ਜਾਣਾ ਹੁੰਦਾ ਸੀ, ਉਹ ਰਥਵਾਨ ਜਿਹੜਾ ਰਥ ਹੱਕਣ ਵਾਲਾ, ਤੇ ਉਸ ਰਥਵਾਨ ਦੇ ਨਾਲ ਉਸ ਰਾਣੀ ਦਾ ਪ੍ਰੇਮ ਪੈ ਗਿਆ ਸੰਬੰਧ, ਤੇ ਉਸਨੇ ਦੇਖ ਕੇ ਇਸ ਤਰ੍ਹਾਂ ਜਿਹੜਾ ਇਹਨੂੰ ਹੌਲੀ ਹੌਲੀ ਸਾਰੀਆਂ ਗੱਲ ਦਾ ਪਤਾ ਲੱਗਿਆ, ਤੇ ਭਰਥਰੀ ਦੇ ਜੀਵਨ 'ਚ ਕਾਰਨ ਵਰਤਿਆ ਤੇ ਸਭ ਕੁਝ ਛੱਡਤਾ। ਕਹਿੰਦਾ ਜਿਹਦੀ ਖਾਤਰ ਇੰਨਾ ਕੁਛ ਕਰਦੇ ਆ, ਮੈਂ ਇੰਨਾ ਮੋਹ ਕਰਦਾ, ਇਹਨੇ ਮੇਰੀ ਕਦਰ ਨਹੀਂ ਪਾਈ। ਕੀ ਲੈਣਾ ਬੰਦਿਆ ਜ਼ਿੰਦਗੀ ਤੋਂ, ਇਹੋ ਜਿਹੇ ਰਾਜ ਭਾਗਾਂ ਤੋਂ। ਮੈਂ ਇਹੋ ਜਿਹਾ ਦਿਮਾਗ ਤੇ ਅਸਰ ਹੋਇਆ ਭਰਥਰੀ ਦੇ, ਸਭ ਕੁਝ ਛੱਡ ਕੇ ਵਿਰਾਗੀ ਬਣ ਗਿਆ।
ਗੋਰਖਨਾਥ ਦੀ ਸ਼ਰਨ 'ਚ ਚਲਿਆ ਗਿਆ ਤੇ ਜੋਗ ਧਾਰਨ ਕਰ ਲਿਆ। ਇਹਨੂੰ ਕਹਿੰਦੇ ਨੇ ਕਾਰਨ ਵਿਰਾਗ। ਕੋਈ ਕਾਰਨ ਵਾਪਰ ਗਿਆ। ਉਹ ਦੇਖੋ ਇਸਤਰੀ ਦਾ ਆਚਰਣ ਮਾੜਾ ਵੇਖ ਕੇ ਵਿਰਾਗ ਵਿੱਚ ਆ ਗਿਆ। ਇਹ ਕਾਰਨ ਵਿਰਾਗ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਨੇ, ਸਾਕਤ ਮੂੜ ਅਚੇਤ ਨ ਚੇਤਹਿ, ਦੁੱਖ ਲਾਗੈ ਤਾਂ ਰਾਮ ਪੁਕਾਰਾ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਬਹੁਤ ਦੁਨੀਆ ਹੈ ਬਈ ਜਿਹੜੇ ਤਾਂ ਅਕਾਲ ਪੁਰਖ ਨੂੰ ਚੇਤੇ ਨਹੀਂ ਕਰਦੇ, ਪਰ ਜਦੋਂ ਕੋਈ ਦੁੱਖ ਜਿਹਾ ਆਉਂਦਾ ਫਿਰ ਕਹਿੰਦੇ ਹੇ ਰੱਬਾ ਕਰਦੇ, ਫਿਰ ਰਾਮ ਨੂੰ ਪੁਕਾਰਦੇ ਆ। ਵਿਰਾਗ ਸ਼ਤਕ ਭਰਤਰੀ ਨੇ ਇੱਕ ਗ੍ਰੰਥ ਲਿਖਿਆ, ਜਿਹੜਾ ਕਿ ਹੁਣ ਅੱਗੇ ਤਾਂ ਸੰਥਿਆ ਕਰਾਉਂਦੇ ਜਦੋਂ ਇਹ ਗ੍ਰੰਥ ਪੜ੍ਹਾਉਂਦੇ ਹੁੰਦੇ ਸੀ। ਹੁਣ ਗਾਹਾਂ ਪੜ੍ਹਾਉਣ ਵਾਲੇ ਹੁਣ ਹੋ ਗਿਆ ਕਾਲਜਾਂ ਜਾਂ ਦਾ ਸਿਸਟਮ, ਉਹ ਨਾ ਆਪ ਪੜ੍ਹਦੇ ਆ ਨਾ ਪੜ੍ਹਾਉਂਦੇ ਆ। ਤੇ ਉਹਦੇ ਵਿੱਚ ਭਰਤਰੀ ਨੇ ਇੱਕ ਸਵਈਆ ਲਿਖਿਆ, ਕਹਿੰਦਾ ਜਿਨ ਕੋ ਨਿਤ ਮੈਂ ਚਿਤਮੋ ਤਿਨ ਕੀ ਰਤ ਮੋਹ ਤਨ ਮਾਹੇ ਰਤੀ ਨਾ, ਬਹੁ ਆਨ ਪੁਮਾਨ ਕੇ ਸੰਗ ਰਤੀ ਪੁਨ ਤਾ ਮਨ ਮੈਂ ਗਨ ਕਾ ਗ੍ਰਹਿ ਕੀਨਾ। ਢਿਕ ਹੈ ਅਬਲਾ ਭ੍ਰਿਤ ਕੰਦਰਪ ਪੈ, ਅਰ ਮੋਹੇ ਤਰਕਾਰ ਜੋ ਮਾਰ ਅਧੀਨਾ। ਇਸ ਰੀਤ ਸਮੂਹ ਕੀ ਪ੍ਰੀਤ ਤਜੀ ਨ੍ਰਿਪ, ਹੋਏ ਜੋਗੀਸ਼ਰ ਈਸ਼ਵਰ ਚੀਨਾ। ਇਥੋਂ ਦੇਖੋ ਇਹਨੂੰ ਵਿਰਾਗ ਹੋਇਆ। ਇਹਨੂੰ ਕਿਹਾ ਜਾਂਦਾ ਕੋਈ ਕਾਰਨ ਵਾਪਰ ਗਿਆ ਜ਼ਿੰਦਗੀ 'ਚ ਤੇ ਵਿਰਾਗੀ ਬਣ ਗਿਆ। ਦੂਜੀ ਕਿਸਮ ਹੈ ਉਹਨੂੰ ਮੰਦ ਵਿਰਾਗ ਕਹਿੰਦੇ ਆ। ਮੰਦ ਵਿਰਾਗ ਹੁੰਦਾ ਨਾਰ ਮਰੈ ਘਰ ਸੰਪਤ ਨਾਸੀ, ਮੂੜ ਮੁਡਾਏ ਭਏ ਸੰਨਿਆਸੀ। ਇਹਨੂੰ ਭਾਵ ਨੀਵੇਂ ਦਰਜੇ ਦਾ ਵਿਰਾਗ ਹੈ। ਗ੍ਰੰਥਾਂ ਵਿੱਚ ਲਿਖਿਆ ਵੀ ਇਸਤਰੀ ਮਰ ਗਈ, ਘਰ ਛੱਡ ਕੇ ਚਲਿਆ ਗਿਆ, ਜਾਂ ਘਰ ਦੀ ਸੰਪਤੀ ਕੋਈ ਜ਼ਮੀਨ ਜਾਇਦਾਦ ਹੋਰ ਜਿਹੜਾ ਕੁਛ ਸੀ ਨਾਸ਼ ਹੋ ਗਿਆ, ਪਦਾਰਥ ਕੋਈ ਰਿਹਾ ਨਾ। ਸੋਚਣ ਲੱਗ ਪਿਆ ਵੀ ਇਹ ਕੀ ਹੈ, ਐਵੇਂ ਹੀ ਇੱਥੇ ਤਾਂ ਜਗਤ ਮਿਥਿਆ ਹੈ, ਤਾਂ ਨਾਸ਼ਵੰਤ ਹੈ। ਇੰਨਾ ਕੋਈ ਸੋਚ ਕਹਿ ਕੇ ਸਭ ਕੁਝ ਛੱਡਤਾ। ਹੁਣ ਪਦਾਰਥਾਂ ਦੀ ਥੋੜ ਹੋ ਗਈ, ਇਸ ਕਰਕੇ ਵਿਰਾਗੀ ਹੋ ਗਿਆ। ਇਹਨੂੰ ਨੀਵੇਂ ਦਰਜੇ ਦਾ ਮੰਦ ਵਿਰਾਗ ਕਿਹਾ। ਇਹਦੀ ਬਾਬਤ ਜਿਹੜੇ ਗੁਰਮੁਖ ਪੁਰਸ਼ ਐਸੇ ਪ੍ਰਮਾਣ ਦਿੰਦੇ ਨੇ, ਕਹਿੰਦੇ ਉਹ ਫਿਰ ਇਹ ਗੱਲ ਹੁੰਦੀ ਹੈ ਕਿ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ, ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ। ਇੱਕ ਵਾਰੀ ਵਿਰਾਗ ਜਿਹਾ ਹੋਇਆ, ਜਿਵੇਂ ਹਵਾ ਦਾ ਬੁੱਲਾ ਆਉਂਦਾ ਤੇ ਕੱਖ ਉੱਡ ਕੇ ਅਸਮਾਨ ਨੂੰ ਚੜ ਜਾਂਦਾ, ਪਰ ਆਖਰ ਡਿੱਗਦਾ ਫੇਰ ਕੱਖਾਂ 'ਚ ਹੀ ਆ ਕੇ ਹੈ। ਇਸ ਤਰ੍ਹਾਂ ਹਵਾ ਦੇ ਬੁੱਲੇ ਨੂੰ ਇਹ ਜਦੋਂ ਫਿਰ ਡਿੱਗਦਾ ਧਰਤੀ ਤੇ, ਇਸੇ ਭਾਈ ਜਦੋਂ ਕੋਈ ਨਾਸ਼ ਹੋ ਗਿਆ, ਧਨ ਇਸਤਰੀ ਚਲੀ ਗਈ, ਤਿਆਗੀ ਬਣ ਬੈਠਾ। ਇਹ ਵਿਰਾਗ ਹਿਰਦੇ ਰੂਪੀ ਕਾਂਸ਼ ਵਿੱਚ ਚੜ ਗਿਆ। ਪਰ ਜਦੋਂ ਕਿਤੇ ਮਾੜੇ ਮੋਟੇ ਵਿਸ਼ੇ ਸੁੱਖ ਫੇਰ ਆ ਗਏ, ਪਦਾਰਥ, ਫੇਰ ਉੱਥੇ ਬਿਰਤੀ ਡਿੱਗ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਹ ਇਲ ਬਿਰਤੀ ਕਿਹਾ ਇਸ ਨੂੰ। ਮਹਾਰਾਜ ਕਹਿੰਦੇ ਦੇਖੋ, ਫਿਰਦੀ ਫਿਰਦੀ ਦਹ ਦਿਸਾ, ਜਲ ਪਰਬਤ ਬਨ ਰਾਏ, ਜਿੱਥੈ ਡਿਠਾ ਮਿਰਤ ਕੋ ਇਲ ਬਹਿਠੀ ਆਏ। ਜਿਹੜੀ ਇੱਲ ਹੈ, ਜਿਵੇਂ ਚੜ੍ਹਦੀ ਤਾਂ ਆਕਾਸ਼, ਕਈ ਬੰਦਿਆਂ ਦੀਆਂ ਗੱਲਾਂ ਬਾਤਾਂ ਤਾਂ ਅਸਮਾਨ ਨੂੰ ਛੂੰਹਦੀਆਂ ਹੁੰਦੀਆਂ। ਕਹਿੰਦੇ ਬੜਾ ਉੱਚੀਆਂ ਗੱਲਾਂ ਸਿਆਣੀਆਂ ਕਰਦਾ, ਬਹੁਤ ਸਿਆਣਾ, ਬੜੀ ਚੰਗੀ ਧਰਮ ਕਰਮ ਗੱਲਾਂ ਕਰਦਾ। ਉਹ ਇੱਲ ਬਿਰਤੀ ਹੁੰਦੀ ਹੈ, ਜਿਵੇਂ ਪਾਣੀਆਂ ਪਰਬਤਾਂ ਦੇ ਉੱਤੇ ਉੱਡਦੀ ਹੈ ਉੱਚੀ। ਪਰ ਬਿਰਤੀ ਕੀ ਹੈ, ਜੇ ਕਿਤੇ ਮਿਰਤਕ ਪਸ਼ੂ ਪਿਆ ਹੋਵੇ ਝੱਟ ਥੱਲੇ ਆ ਡਿੱਗਦੀ, ਜਿੱਥੈ ਡਿੱਠਾ ਮਿਰਤਕੋ। ਇਸੇ ਤਰ੍ਹਾਂ ਫਿਰ ਜਿਹੜੇ ਵਿਰਾਗੀ ਹੁੰਦੇ ਆ ਵੀ ਇਸਤਰੀ ਦੀ ਮੌਤ ਹੋ ਗਈ, ਕੋਈ ਪਦਾਰਥ ਨਾ ਰਿਹਾ, ਫਿਰ ਕਿਤੇ ਨਾ ਕਿਤੇ ਚਲੇ ਗਏ, ਧਰਮ ਵਾਲੇ ਪਾਸੇ ਲੱਗ ਗਏ, ਤੇ ਫਿਰ ਹੌਲੀ ਹੌਲੀ ਦੁਨੀਆ ਮੰਨਣ ਲੱਗ ਗਈ, ਪਦਾਰਥ ਆਉਣ ਲੱਗ ਗਏ, ਤੇ ਬੜੇ ਬੜੇ ਦੇਖੇ ਆ ਫਿਰ ਵਿਸ਼ੇ ਵਿਕਾਰਾਂ ਵਿੱਚ, ਜਿਹੜੇ ਆਪਣੇ ਆਪ ਨੂੰ ਸੰਤ ਮਹੰਤ ਕਹਾਉਂਦੇ, ਚੇਲੇ ਚੇਲੀਆਂ ਚ ਇਹੋ ਜਿਹੇ ਖਾਚਤ ਹੁੰਦੇ। ਇੱਕ ਟੁੱਟਾ ਜਿਹਾ ਘਰ ਛੱਡਿਆ ਸੀ ਤੇ ਕਿੱਡਾ ਪੱਕਾ ਡੇਰਾ ਬਣਾ ਲਿਆ, ਮੰਦ ਵਿਰਾਗ ਹੈ, ਤੇ ਕਿੰਨੀਆਂ ਨਾਲ ਵਿਵਚਾਰਾਂ ਵਿੱਚ ਫਸੇ, ਫਿਰ ਕੋਈ ਕਿਤੇ ਜੇਲ੍ਹਾਂ 'ਚ ਬੈਠੇ। ਇਹਨੂੰ ਮੰਦ ਵਿਰਾਗ ਕਿਹਾ। ਛੱਡਿਆ ਸੀ
ਪਰ ਵਿਰਾਗੀ ਉਹ ਕਾਹਦਾ ਵਿਰਾਗੀ ਹੈ। ਤੇ ਤੀਜਾ ਜਿਹੜਾ ਵਿਰਾਗ ਹੈ ਉਹ ਹੈ ਏਕ ਇੰਦਰੀ ਵਿਰਾਗ। ਤੀਜੀ ਕਿਸਮ ਹੈ। ਜਿਵੇਂ ਮਨ ਹੈ, ਹੋਰ ਇੰਦਰੀ ਹੈ, ਇਹ ਹਰਿਆਏ ਪਸ਼ੂ ਵਾਂਗੂ ਹੈ, ਹਰ ਸਮੇਂ ਵਿਕਾਰਾਂ 'ਚ ਹੀ ਡੋਲਦੇ ਰਹਿੰਦੇ, ਕੁਕਰਮਾਂ 'ਚ। ਫਿਰ ਇਹ ਤੋਂ ਸਰੀਰ ਨੂੰ ਬਚਾ ਕੇ ਰੱਖਣਾ ਉਹਦੇ ਵਾਸਤੇ ਕੀ ਕਰਦਾ, ਜਾਂ ਤਾਂ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ। ਕਹਿੰਦਾ ਵੀ ਜਿਹੜਾ ਇਹ ਹਟਦੇ ਨਹੀਂ, ਮਨ ਵਿਕਾਰਾਂ ਵੱਲ ਇੰਦਰੇ ਜਾਂਦੇ ਆ, ਉਹ ਕਰੀਏ ਆਪਾਂ ਘਰ ਛੱਡ ਕੇ ਕਿਤੇ ਪਾਸੇ ਆਸੇ ਬੈਠ ਜਾਈਏ। ਮੋਨੀ ਹੋ ਕੇ ਕਿਤੇ ਪਾਸੇ ਬੈਠ ਗਿਆ, ਪਰ ਮਨ ਦੀਆਂ ਕਲਪਨਾਵਾਂ ਚੱਲੀ ਜਾਂਦੀਆਂ। ਇਸ ਤਰ੍ਹਾਂ ਦੇ ਵਿਰਾਗ ਨੂੰ ਇੱਕ ਇੰਦਰਾ ਵਿਰਾਗ ਕਿਹਾ। ਚੌਥੀ ਕਿਸਮ ਹੈ ਵਿਰਾਗ ਦੀ ਯਤਮਾਨ ਵਿਰਾਗ। ਯਤਮਾਨ ਵਿਰਾਗ ਹੁੰਦਾ ਹੈ, ਜਿਵੇਂ ਬਾਣੀ ਵਿੱਚ ਬਚਨ ਆਉਂਦਾ, ਕਹਿਤ ਕਬੀਰ ਚੇਤ ਰੇ ਅੰਧਾ, ਸਤ ਰਾਮ ਝੂਠਾ ਸਭ ਧੰਤਾ। ਇੱਕ ਸੱਚ ਹੈ ਤੇ ਇੱਕ ਝੂਠ ਹੈ, ਇਹਦਾ ਨਿਰਣਾ ਕਰ ਲੈਣਾ। ਸੱਚ ਕੀ ਹੈ, ਝੂਠ ਕੀ ਹੈ, ਤੇ ਸੱਚ ਵਸਤੂ ਗ੍ਰਹਿਣ ਕਰ ਲੈਣੀ, ਝੂਠ ਦਾ ਤਿਆਗ ਕਰ ਦੇਣਾ। ਇਹਨੂੰ ਯਤਮਾਨ ਵਿਰਾਗ ਕਹਿੰਦੇ ਆ। ਇਹ ਗਿਆਨਵਾਨ ਬੁੱਧੀ ਨਾਲ ਹੁੰਦਾ ਹੈ। ਪੰਜਵਾਂ ਹੈ ਵਿਤਰੇਕ ਵਿਰਾਗ। ਉਹ ਹੁੰਦਾ ਕਿ ਆਪਣੇ ਹਿਰਦੇ ਵਿੱਚ ਕੋਈ ਵਿਚਾਰ ਫੁਰੀ, ਮੈਂ ਇੰਨਾ ਸਮਾਂ ਸਤਸੰਗ ਕਰ ਰਿਹਾ, ਭਜਨ ਸਿਮਰਨ ਕਰ ਰਿਹਾ, ਤੇ ਦੇਖਣਾ ਵੀ ਮੇਰੇ ਅੰਦਰੋਂ ਕਿੰਨੇ ਕੁ ਵਿਕਾਰ ਨਾਸ਼ ਹੋਇਆ, ਮੈਨੂੰ ਫਾਇਦਾ ਕੀ ਹੋਇਆ, ਕਿੰਨੇ ਕੁ ਸ਼ੁਭ ਗੁਣ ਅੰਦਰ ਆਏ ਨੇ। ਇਸ ਤਰ੍ਹਾਂ ਦੀ ਵਿਚਾਰ ਨਾਲ ਫਿਰ ਕੀ ਕਰਨਾ, ਜਦੋਂ ਪਤਾ ਲੱਗੇ ਇੰਨੇ ਕੁ ਮੇਰੇ ਜਿਹੜੇ ਹੈ ਵਿਕਾਰ ਨਾਸ਼ ਹੋਏ, ਇੰਨੇ ਕੁ ਸ਼ੁਭ ਗੁਣ ਆਏ ਹੈ, ਹੋਰ ਜਿਹੜੇ ਔਗਣ ਉਹਨਾਂ ਦਾ ਤਿਆਗ ਕਰੀ ਜਾਣਾ ਤੇ ਗੁਣਾਂ ਦਾ ਧਾਰਨੀ ਹੋਈ ਜਾਣਾ। ਅੰਦਰ ਭਾਵਨਾ ਕਿ ਦੇਖੋ ਉਥੇ ਖੋਟੇ ਸੱਟੀ ਹੈ, ਖਰੇ ਕੀਚੈ ਸਾਬਾਸ। ਵੀ ਮਨਾ ਜਦੋਂ ਇਹ ਖੋਟ ਤਾਂ ਉੱਥੇ ਖੋਟੇ ਨੂੰ ਤਾਂ ਕੱਢ ਕੇ ਬਾਹਰ ਮਾਰਨਾ ਪਰਮੇਸ਼ਰ ਨੇ, ਖਰੇ ਨੂੰ ਹੀ ਸਾਬਾਸ਼ ਮਿਲਣੀ ਹੈ। ਇਸ ਤਰ੍ਹਾਂ ਦਾ ਵਿਰਾਗ ਧਾਰਨਾ, ਇਹਨੂੰ ਗ੍ਰੰਥਾਂ ਵਿੱਚ ਵਿਤਰੇਕ ਵਿਰਾਗ ਲਿਖਿਆ। ਛੇਵਾਂ ਹੈ ਵਸੀਕਾਰ ਵਿਰਾਗ। ਜਿਵੇਂ ਮਨ ਹੈ, ਇੰਦਰੇ ਨੇ, ਇਹਨਾਂ ਨੂੰ ਮਾੜੀਆਂ ਵਾਸ਼ਨਾ ਵੱਲੋਂ ਰੋਕਣਾ, ਵਿਸ਼ਿਆਂ ਵੱਲੋਂ ਰੋਕਣਾ। ਮਨ ਮਾੜੇ ਪਾਸੇ ਨੂੰ ਜਾਂਦਾ, ਫਿਰ ਇਹਨੂੰ ਵਿਰਾਗੋ ਬੰਦਿਆ ਕੀ ਹੈ, ਇੱਧਰ ਆ ਗੁਰੂ ਨੇ, ਇਸ ਤਰ੍ਹਾਂ ਰੋਕਣਾ। ਜੇ ਹੁਣ ਜਿਹੜੇ ਇੰਦਰੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਆ, ਵਿਸ਼ੇ ਵਿਕਾਰਾਂ ਵੱਲ ਜਾਂਦੇ ਆ, ਫਿਰ ਰੋਕਣੇ। ਇਹ ਯਤਨ ਕਰਨਾ ਤੇ ਅੰਦਰ ਇਸ ਤਰ੍ਹਾਂ ਵਿਰਾਗ ਧਾਰਨ ਕਰਨਾ। ਜੋ ਬਚਨ ਹੈ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਕੋਈ ਇਸਤਰੀ, ਬੱਚਾ, ਬੱਚੀ, ਕੋਈ ਵੀ ਉਹਨੇ ਵੱਲ ਵੇਖਣ ਲੱਗਿਆ ਮੈਲੀ ਨਿਗਾਹ ਨਾਲ, ਫਿਰ ਇੱਕਦਮ ਨਾ ਭਾਈ, ਗੁਰੂ ਦਾ ਹੁਕਮ ਹੈ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਮਹਾਰਾਜ ਦੇ ਹੁਕਮ। ਇਸ ਤਰ੍ਹਾਂ ਦਾ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾਉਣੀ ਆ। ਤੇਰਾ ਗੁਰੂ ਕੀ ਕਹਿੰਦਾ, ਤੂੰ ਕੀ ਕਰੀ ਜਾਂਦਾ, ਆਪਣੇ ਆਪ ਨੂੰ ਕਹਿਣਾ। ਇਹਨੂੰ ਗੁਰਮੁਖੋ ਵਸੀਕਾਰ ਵਿਰਾਗ ਲਿਖਿਆ। ਤੇ ਸੱਤਵੇਂ ਤਰ੍ਹਾਂ ਦਾ ਵਿਰਾਗ ਹੈ ਤੀਵਰ ਵਿਰਾਗ। ਤੀਵਰ ਵਿਰਾਗ ਕਹਿੰਦੇ ਨੇ, ਜਿਵੇਂ ਆ ਸੰਸਾਰ ਦੇ ਵਿੱਚ ਸਾਡੇ ਕੋਲੇ ਕਿੰਨੇ ਤਰ੍ਹਾਂ ਦੇ ਸੁੱਖ ਹੈ, ਰਾਜ ਸਮੱਗਰੀ, ਹੋਰ ਇਹ ਸਾਰੇ ਕੁਝ ਦੀ ਅੰਦਰੋਂ ਹੌਲੀ ਹੌਲੀ ਇੱਛਾ ਹੀ ਖਤਮ ਹੋ ਜਾਣੀ, ਤੇ ਕੇਵਲ ਇੱਕ ਪ੍ਰਮਾਤਮਾ ਦੀ ਪ੍ਰਾਪਤੀ ਦੀ ਅੰਦਰ ਚਾਹਨਾ ਵਿਰਾਗ ਵਿੱਚ ਹੋ ਜਾਣਾ। ਵੀ ਵਾਹਿਗੁਰੂ ਆ ਮੈਨੂੰ ਰਾਜ ਵਿਸ਼ੇ ਸੁੱਖ ਭਾਵੇਂ ਨਾ ਮਿਲਣ, ਪਰ ਮੈਨੂੰ ਤੇਰੇ ਨਾਲ ਬਿਰਤੀ ਜੁੜੀ ਰਹੇ। ਉਹ ਬੇਨਤੀ ਕਰਨੀ, ਰੱਖ ਲੇਵੋ ਦੀਨ ਦਇਆਲ, ਭ੍ਰਮਤ ਬਹੁ ਹਾਰਿਆ। ਇਹ ਵਾਹਿਗੁਰੂ ਕਿਤੇ ਇਹਨਾਂ 'ਚ ਖੱਚ ਤੋ ਕੇ ਮੈਂ ਤੈਨੂੰ ਨਾ ਭੁੱਲ ਜਾ। ਇਹੋ ਜਿਹੇ ਵੀ ਵਿਰਾਗੀ ਹੋਏ ਆ, ਇਹਨਾਂ ਨੂੰ ਤੀਵਰ ਵਿਰਾਗ ਕਿਹਾ। ਅੱਠਵਾਂ ਹੈ ਕਿਸਮ ਤਰ ਤੀਵਰ ਵਿਰਾਗ। ਤਰ ਤੀਵਰ ਵਿਰਾਗ ਹੁੰਦਾ, ਜਿਵੇਂ ਲਿਖਿਆ ਵੀ ਸਵਰਗਾਂ ਦੇ ਵਿੱਚ ਆਏ ਸੁੱਖ ਮਿਲਦੇ, ਆਹ ਕੁਝ ਮਿਲਦਾ ਹੈ। ਤੇ ਪੁਰਾਣੇ ਆਪਾਂ ਪੜ੍ਹਦੇ ਹਾਂ ਹਿਸਟਰੀ ਕਿ ਇੰਦਰ ਦੀ ਪਦਵੀ ਪ੍ਰਾਪਤ ਕਰਨ ਵਾਸਤੇ ਫਲਾਣੇ ਨੇ ਯੱਗ ਕਰਨੇ ਸ਼ੁਰੂ ਕਰਤੇ। ਲੇਕਿਨ ਜਿਹਦੇ ਅੰਦਰ ਤਰ ਤੀਵਰ ਵਿਰਾਗ ਹੈ,
ਉਹਦੇ ਅੰਦਰ ਭਾਵਨਾ ਹੀ ਖਤਮ ਹੋ ਜਾਂਦੀ ਹੈ ਮੈਨੂੰ ਸਵਰਗ ਮਿਲੇ, ਮੈਨੂੰ ਇੰਦਰ ਪਦਵੀ ਮਿਲੇ। ਨਹੀਂ, ਉਹਦੇ ਅੰਦਰ ਭਾਵਨਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲ। ਕਿਉਂਕਿ ਪਤਾ ਲੱਗ ਗਿਆ ਹੁਣ ਕਬੀਰ ਚਰਨ ਕਮਲ ਕੀ ਮੌਜ ਕੋ ਕਹ ਕੈਸੇ ਅਨੁਮਾਨ ਕਹਿਬੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਨ। ਤੇ ਫਿਰ ਕੀ ਕਹਿਤਾ, ਜਦੋਂ ਇਹ ਜਿਹੜੇ ਹੈ ਨਾ ਦਿਵ ਭੋਗ ਕਹੇ ਨੇ ਇਹਨਾਂ ਨੂੰ, ਜਿਹੜੇ ਸਵਰਗਾਂ 'ਚ ਤੁਹਾਨੂੰ ਸੁੱਖ ਦੱਸੇ ਵੀ ਆਹ ਕੰਮ ਕਰੋ ਉੱਥੇ ਐ ਸੁਖੀ, ਇਹਨਾਂ ਦੀ ਪ੍ਰਾਪਤੀ ਵਾਸਤੇ ਵੀ ਕੋਈ ਕਰਮ ਕਰਨ ਦੀ ਇੱਛਾ ਨਾ ਰਹਿਣੀ, ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ। ਭਾਈ ਤਿਲਕੂ ਜੀ ਦੀ ਸਾਖੀ ਸੁਣਦੇ ਹੋ, ਮਹੇਸ਼ੇ ਜੋਗੀ ਨੇ ਪਖੰਡ ਰਚਿਆ ਸੀ ਕਿ ਜਿਹੜਾ ਮੇਰੇ ਦਰਸ਼ਨ ਕਰੂ ਉਹਨੂੰ ਮੈਂ 1 ਸਾਲ ਦਾ ਸਵਰਗ ਦੇਉਂ। ਦੁਨੀਆ ਜਾ ਕੇ ਮੱਥੇ ਟੇਕਣ ਲੱਗ ਗਈ। ਕਿਉਂ? ਕਿਹੜਾ ਕੋਈ ਸਟਾਂਪ ਤੇ ਲਿਖ ਕੇ ਦੇਣਾ ਸੀ, ਉਹੀ ਸੀ ਮੂੰਹ ਜਵਾਨੀ ਕਹਿਤਾ। ਤੇ ਲੋਕਾਂ ਨੂੰ ਵੀ ਐ ਮੱਥਾ ਹੀ ਟੇਕਣਾ, ਸਾਲ ਦਾ ਸਵਰਗ ਤਾਂ ਵੱਟ ਤੇ ਪਿਆ। ਉਹ ਕਿਸੇ ਨੇ ਦੇਖਿਆ ਥੋੜ੍ਹਾ ਮਿਲਿਆ ਜਾਂ ਨਹੀਂ ਮਿਲਿਆ, ਦੁਨੀਆ ਲੈਣਾ ਬੰਨ ਕੇ ਤੁਰ ਪਈ। ਭਾਈ ਤਿਲਕੂ ਨਾ ਗਿਆ, ਗੜ੍ਹ ਸ਼ੰਕਰ ਦੇ ਕਥਾ ਹੈ ਇਹ। ਤੇ ਹੁਣ ਜੋਗੀ ਨੂੰ ਇਹ ਕਹਿੰਦੇ ਸਾਰੇ ਆ ਗਏ, ਜੋਗੀ ਪੁੱਛਦਾ ਚੇਨੂੰ, ਕਹਿੰਦੇ ਜੀ ਵਾਕੀ ਤਾਂ ਆ ਗਏ, ਭਾਈ ਤਿਲਕੂ ਨਹੀਂ ਆਇਆ, ਗੁਰੂ ਅਰਜਨ ਦੇਵ ਮਹਾਰਾਜ ਦਾ ਸਿੱਖ ਹੈ। ਤਾਂ ਉਹ ਜੋਗੀ ਨੂੰ ਹੋ ਗਿਆ ਆਉਣਾ ਤਾਂ ਉਹਨੂੰ ਚਾਹੀਦਾ ਸੀ, ਆ ਤਾਂ ਉਹੀ ਹੈ, ਇਹਨਾਂ ਦਾ ਕੀ ਹੈ, ਇਹ ਤਾਂ ਜਿੱਧਰ ਨੂੰ ਮਰਜ਼ੀ ਲਾ ਜਾਓ। ਜਿੰਨਾ ਸਮਾਂ ਇੱਕ ਤੇ ਉਹ ਹੈ ਕਿ ਜਿਹੜਾ ਗਿਆਨਵਾਨ ਉਹ ਆਇਆ ਨਹੀਂ, ਜੋਗੀ ਆਪ ਚੱਲ ਕੇ ਆਇਆ। ਕਹਿੰਦਾ ਤਿਲਕੂ, ਦਰਵਾਜ਼ਾ ਬੰਦ ਕਰ ਲਿਆ ਸੀ ਤਿਲਕੂ ਨੇ, ਕਥਾ ਮੇਰੀ ਹੈ। ਜੋਗੀ ਮਹੇਸ਼ਾ ਕਹਿੰਦਾ ਮੇਰੇ ਦਰਸ਼ਨ ਕਰ ਲਾ, ਲੋਕਾਂ ਨੂੰ ਮੈਂ 1 ਸਾਲ ਦਾ ਸਵਰਗ ਦਿੱਤਾ, ਤੈਨੂੰ 5 ਸਾਲ ਦਾ ਦੇਊਂ। ਭਾਈ ਤਿਲਕੂ ਕਹਿੰਦਾ ਜਾਓ ਜੋਗੀਆ ਪਖੰਡੀਆ, ਮੈਨੂੰ ਤੇਰੇ ਸਵਰਗਾਂ ਦੀ ਲੋੜ ਹੀ ਨਹੀਂ, ਮੈਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਚਾਹੀਦੀ ਹੈ, ਮੈਂ ਕੀ ਲੈਣਾ ਤੇਰੇ ਸਵਰਗਾਂ ਸੁਰਗਾਂ ਤੋਂ। ਜਦੋਂ ਐਡੀ ਦ੍ਰਿੜਤਾ ਦੇਖੀ, ਆਖਰ ਜੋਗੀ ਨੇ ਬੇਨਤੀ ਕੀਤੀ, ਉਹ ਤਿਲਕੂਆ ਕਿਰਪਾ ਕਰ, ਦਰਵਾਜ਼ਾ ਖੋਲ, ਮੈਨੂੰ ਆਪਣੇ ਦਰਸ਼ਨ ਦੇ, ਧੰਨ ਹੈ ਤੂੰ ਤੇ ਧੰਨ ਹੈ ਤੇਰਾ ਗੁਰੂ। ਜਿਹਦੀ ਐਡੀ ਦ੍ਰਿੜਤਾ। ਫਿਰ ਇਹ ਜਿਹੜਾ ਤਿਲਕੂ ਭਾਈ ਗੁਰਸਿੱਖ ਸੀ, ਇਹਨੇ ਮਹੇਸ਼ੇ ਜੋਗੀ ਨੂੰ ਦਰਵਾਜ਼ਾ ਖੋਲਿਆ ਤੇ ਜੋਗੀ ਨੇ ਸਾਰੇ ਲੋਕ ਨਾਲ ਮਾਫੀ ਮੰਗੀ, ਕਿਹਾ ਦੁਨੀਆ ਦੇ ਲੋਕੋ ਮੈਂ ਪਖੰਡ ਕਰਦਾ ਸੀ, ਅਸਲ ਵਿੱਚ ਪਰਮੇਸ਼ਰ ਦੇ ਪਿਆਰੇ ਇਹੋ ਜਿਹੇ ਹੁੰਦੇ ਆ। ਫਿਰ ਗੁਰਮੁਖੋ ਮਹੇਸ਼ਾ ਜੋਗੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਜੁੜਿਆ, ਉਹਨੇ ਵੀ ਸਿੱਖੀ ਧਾਰੀ। ਇਸ ਤਰ੍ਹਾਂ ਦਾ ਜਿਹੜਾ ਹੈ ਨਾ, ਇਹ ਵੀ ਇੱਕ ਕੇਵਲ ਉਹੀ ਇੱਛਾ ਹੈ ਪ੍ਰਮਾਤਮਾ ਦੀ। ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ ਰਹੋ ਅੰਤ ਅਰ ਆਦ। ਇਹਨੂੰ ਕਿਹਾ ਜਾਂਦਾ ਤਰ ਤੀਵਰ ਵੈਰਾਗ। ਤੇ ਨਾਵਾਂ ਵਿਰਾਗ ਹੈ ਤਰ ਤੀਵਰ ਤਰ ਤਮ ਵੈਰਾਗ, ਇਹ 9ਵੀਂ ਕਿਸਮ ਦਾ ਵਿਰਾਗ ਹੈ। ਇਹ ਕੀ ਹੈ, ਜਿਵੇਂ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਕਾਂ ਦੀ ਜਿਹੜੀ ਵਿੱਠ ਵਿਸ਼ਟਾ ਹੈ, ਉਸ ਤਰ੍ਹਾਂ ਬ੍ਰਹਮ ਲੋਕ ਇੰਦਰ ਲੋਕ ਇਤਿਆਦਿਕ ਦੇ ਸੁੱਖਾਂ ਭੋਗਾਂ ਨੂੰ ਕਾਂ ਦੀ ਵਿਸ਼ਟਾ ਦੇ ਸਮਾਨ ਜਾਣਨਾ। ਇਹ ਕਾਂ ਦੀ ਵਿਸ਼ਟਾ ਕਿਉਂ ਕਿਹਾ? ਕਿਉਂਕਿ ਜਾਨਵਰ ਹੀ ਹੈ ਨਾ, ਬਾਕੀ ਵੀ ਜਾਨਵਰ ਹੈ, ਬਿੱਠਾਂ ਤੋਂ ਵੀ ਕਰਦੇ ਆ, ਲੇਕਿਨ ਕਾਂ ਦੀ ਵਿਸ਼ਟਾ ਤਾਂ ਕਿਹਾ ਕਿ ਕਾਂ ਗੰਦਗੀ ਖਾਂਦਾ ਪਹਿਲਾਂ ਹੀ, ਤੇ ਗੰਦਗੀ ਖਾ ਕੇ ਅੱਗੇ ਗੰਦਗੀ ਕਰਦਾ ਹੈ। ਇਸ ਕਰਕੇ ਕਿ ਇੰਨੀ ਉਹਨੂੰ ਭੈੜੀ ਜਾਣਿਆ ਹੈ ਕਾਂ ਦੀ ਵਿਸ਼ਟਾ ਨੂੰ, ਬਹੁਤ ਮੰਦੀ, ਕਿਉਂਕਿ ਉਹ ਖਾਂਦਾ ਹੀ ਪਹਿਲਾਂ ਹੀ ਗੰਦਗੀ ਖਾਂਦਾ। ਜਿਹੜਾ ਕੋਈ ਗੁਰਮੁਖ ਆਹ ਸੰਸਾਰ ਦੇ ਪਦਾਰਥਾਂ ਦੀ ਗੱਲ ਨਹੀਂ, ਇਦੋਂ ਵੀ ਗਾਹਾਂ ਬ੍ਰਹਮ ਲੋਕ ਸ਼ਿਵ ਲੋਕ ਇੰਦਰ ਲੋਕ ਇਤਿਆਦਿਕ ਦੇ ਜਿਹੜੇ ਭੋਗ ਪਦਾਰਥ ਨੇ, ਕੋਈ ਕਹੇ ਵੀ ਤੈਨੂੰ ਉੱਥੇ ਇੰਨੇ ਸੁੱਖ ਮਿਲਣਗੇ, ਫਲਾਣੇ ਲੋਕ ਵਿੱਚ ਜਾ ਵਸੇਗਾ ਤੂੰ, ਬ੍ਰਹਮ ਲੋਕ ਦਾ ਵਾਸਾ ਹੋ ਜੂ, ਉਹਦੀ ਵੀ ਇੱਛਾ ਛੱਡ ਦੇਣੀ, ਉਹਦਾ ਵੀ ਕੋਈ ਚਾਹਨਾ ਨਹੀਂ ਹੈ। ਇੱਥੋਂ ਤੱਕ ਕਿ ਕਾਂ ਦੀ ਵਿਸ਼ਟਾ ਤਮ ਜਾਣਨਾ, ਉਹਨਾਂ ਨੂੰ ਦੇਖਣਾ ਤੱਕ ਨਾ। ਤੇ ਇਸ ਤਰ੍ਹਾਂ ਦੀ ਕੋਈ ਅੰਦਰ ਚਾਹਨਾ ਨਾ ਰੱਖਣੀ। ਉਹ ਕਿਹਾ ਗ੍ਰੰਥਾਂ ਵਿੱਚ, ਅਧਿਆਤਮ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ, ਬ੍ਰਹਮਾ ਇੰਦਰ ਆਦ ਲੋ ਹੋਤ ਦੇਹ ਧਰ ਭੋਗ, ਕਾਕ ਬਿਸ਼ਟ ਸਮ ਜੇ ਗਿਨੈ ਬੀਤ ਰਾਗ ਤੇ ਲੋਗ। ਇਸ ਤਰ੍ਹਾਂ ਦਾ ਜਿਹੜਾ ਫਿਰ ਕੇਵਲ ਤੇ ਕੇਵਲ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਹੈ,
ਉਹਨੂੰ ਕਿਹਾ ਤਰ ਤੀਵਰ ਤਰ ਤਮ ਵੈਰਾਗ। ਇਹ ਗੁਰਮੁਖੋ ਗ੍ਰੰਥਾਂ ਵਿੱਚ ਹੈ 9 ਤਰ੍ਹਾਂ ਦਾ ਵਿਰਾਗ। ਤੇ ਗ੍ਰੰਥਕਾਰ ਲਿਖਦੇ ਨੇ ਜਿਹੜਾ ਇਹਨਾਂ ਨੂੰ ਧਾਰਨ ਇਸ ਤਰ੍ਹਾਂ ਤਰ ਤੀਵਰ ਤਰ ਤਮ ਨੂੰ ਧਾਰਨ ਕਰ ਲੈਂਦਾ ਉਹ ਅਸਲ ਜਤ ਮੰਨਿਆ। ਫਿਰ ਗ੍ਰੰਥਾਂ ਦੇ ਵਿੱਚ ਇੱਕ ਥੱਲੜੇ ਪੱਧਰ ਤੇ ਹੋਰ ਵੀ ਜਿਹੜੇ ਆ ਮੁੱਖ ਆਮ ਸੁਖੈਨ ਸਮਝਾਉਣ ਦੇ ਵਾਸਤੇ 3 ਤਰ੍ਹਾਂ ਦਾ ਵਿਰਾਗ ਲਿਖਿਆ, ਜਿਹਦੇ ਵਿੱਚੋਂ ਇੱਕ ਵਿਰਾਗ ਨੂੰ ਗ੍ਰੰਥਕਾਰ ਗਦਾ ਵਿਰਾਗ ਲਿਖਦੇ ਆ। ਗਦਾ ਵਿਰਾਗ ਇਹ ਹੁੰਦਾ ਇਹੋ ਜਿਹਾ ਹੋ ਜਾਣਾ ਇੱਕ ਵਾਰੀ ਤਾਂ ਕੀ ਹੈ ਪਰਿਵਾਰ ਆ ਗ੍ਰਸਤੀ ਐਵੇਂ ਕਹਿੰਦੇ ਬੰਧਨ ਹੀ ਹੈ ਨਾਸ਼ਵੰਤ ਕੀ ਲੈਣਾ ਹੈ ਤੂੰ, ਇਹੋ ਜੀ ਗੱਲ ਜੀ ਸੋਚੀ ਘਰ-ਬਾਰ ਛੱਡਤਾ। ਪਰ ਫੇਰ ਵਿਕਾਰਾਂ 'ਚ ਗਰਸ ਫੇਰ ਖੁਆਰ ਹੋਣਾ ਫੇਰ ਮੁੜ ਕੇ ਫਸ ਜਾਣਾ। ਇਹਨੂੰ ਗਦਾ ਵਿਰਾਗ ਲਿਖਿਆ। ਉਹਦਾ ਇਹ ਹੁੰਦਾ ਵੀ ਜਿਵੇਂ ਇੱਕ ਗਧਾ ਹਿਣਕਣ ਜੇ ਲੱਗ ਜਾਂਦਾ ਤੇ ਦੂਜਾ ਵੀ ਉਹਨੂੰ ਖੋਤਾ ਗਧਾ ਘੁਮਿਆਰ ਦੇ ਘਰੋਂ ਬਾਹਰ ਨਿਕਲਿਆ ਰੂੜੀਆਂ ਤੇ ਤੁਰ ਫਿਰ ਕੇ ਫੇਰ ਵਾਪਸ ਘਰੇ ਆ ਜਾਂਦਾ। ਇਸ ਤਰ੍ਹਾਂ ਦਾ ਹੁੰਦਾ ਵੀ ਇੱਕ ਦੂਜੇ ਨੂੰ ਦੇਖ ਕੇ ਜੇ ਤਾਂ ਉਦੋਂ ਤਾਂ ਐ ਹੋਣਾ ਬਸ, ਪਰ ਫੇਰ ਥੋੜੇ ਸਮੇਂ ਬਾਅਦ ਡੋਲ ਜਾਣਾ। ਇੱਕ ਅੱਗੇ ਆ ਜਾਂਦਾ ਘੋੜਾ ਵਿਰਾਗ। ਕੋਈ ਉਪਰਾਮ ਹੋ ਗਿਆ ਕਿਸੇ ਗੱਲ ਤੋਂ ਘਰ-ਬਾਰ ਛੱਡਤਾ ਤੇ ਚਲਿਆ ਗਿਆ, ਪਰ ਜਦੋਂ ਕੋਈ ਭੈਣ ਭਰਾ ਸੰਬੰਧੀ ਆ ਕੇ ਕਹਿਣ ਲੱਗ ਗਿਓ ਘਰ ਕਿਉਂ ਛੱਡਿਆ, ਤੂੰ ਘਰੇ ਬਹਿ ਕੇ ਕਰ ਪਾਠ ਪੂਜਾ ਕਿਉਂ ਆ, ਤੂੰ ਆ ਕਿਵੇਂ, ਇਹੋ ਜਿਹੇ ਖਿਆਲ ਫੇਰ ਹੌਲੀ ਹੌਲੀ ਵਾਪਸ ਮੁੜਿਆ ਆ। ਉਹ ਇਹਨੂੰ ਘੋੜਾ ਵਿਰਾਗ ਲਿਖਿਆ। ਜਿਵੇਂ ਘੋੜਾ ਕਿੱਲੇ ਤੋਂ ਖੁੱਲ ਜੇ ਫਿਰ ਉਹ ਆਪ ਨਹੀਂ ਆਉਂਦਾ, ਉਹਨੂੰ ਘੇਰ ਘੂਰ ਕੇ ਘਰ ਚ ਲਿਆ ਕੇ ਬੰਨ੍ਹ ਲੈਂਦੇ ਆ, ਕਾਠੀ ਪਾ ਲੈਂਦੇ ਆ। ਇਸੇ ਤਰ੍ਹਾਂ ਦਾ ਜਿਹੜੇ ਆ ਫਿਰ ਉਹੀ ਉਦਮ ਖਚਤ ਹੋ ਗਿਆ। ਇਹਨੂੰ ਗ੍ਰੰਥਕਾਰ ਕਹਿੰਦੇ ਘੋੜੇ ਵੱਤ ਵਿਰਾਗ ਹੈ। ਇੱਕ ਹੁੰਦਾ ਸ਼ੇਰ ਵਿਰਾਗ। ਸ਼ੇਰ ਜਿਵੇਂ ਪਿੰਜਰੇ ਚੋਂ ਨਿਕਲ ਜੇ ਨਾ, ਪਿੰਜਰਾ ਤੋੜ ਕੇ ਇੱਕ ਵਾਰੀ ਨਿਕਲ ਗਿਆ, ਹੁਣ ਗਧਾ ਆਪਣੇ ਆਪ ਮੁੜ ਆਉਂਦਾ, ਘੋੜੇ ਨੂੰ ਲਿਆਉਣਾ ਪੈਂਦਾ, ਪਰ ਸ਼ੇਰ ਨਿਕਲ ਗਿਆ ਫਿਰ ਨਹੀਂ ਮੁੜਦਾ। ਇਸੇ ਤਰ੍ਹਾਂ ਇੱਕ ਵਾਰੀ ਅੰਤਰੀਵ ਸੰਸਾਰ ਦਾ ਮੋਹ ਛੱਡਤਾ ਤੇ ਮੁੜ ਕੇ ਫਿਰ ਅੰਦਰ ਮੋਹ ਪੈਦਾ ਹੀ ਨਹੀਂ ਕੀਤਾ, ਇਹਨੂੰ ਭਾਈ ਸ਼ੇਰ ਵਿਰਾਗ ਲਿਖਿਆ। ਪਰ ਪ੍ਰਮੁੱਖ ਜਿਹੜਾ ਆਪਾਂ ਵਿਚਾਰ ਕੀਤੀ ਹੈ 9 ਤਰ੍ਹਾਂ ਦਾ ਵਿਰਾਗ ਹੈ। ਇਹ 3 ਤਰ੍ਹਾਂ ਦਾ ਇਹ ਵੀ ਇਸ ਤਰ੍ਹਾਂ ਦਾ ਵੀ ਹੈ। ਇਹ ਵਿਰਾਗ ਦੀ ਅਵਸਥਾ ਹੈ। ਗੁਰੂ ਸਾਹਿਬ ਜੀ ਕਹਿੰਦੇ ਭਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹਿ ਹੈ ਬੈਰਾਗ ਸੋ ਬੈਰਾਗੀ ਜੇ ਖਸਮੈ ਭਾਵੈ। ਵਾਹਿਗੁਰੂ ਨੂੰ ਜਿਹੜਾ ਭਾਜੇ ਅਸਲ ਬੈਰਾਗੀ ਉਹੀ ਹੈ, ਨਹੀਂ ਤਾਂ ਬਹੁਤ ਤਰ੍ਹਾਂ ਦਾ ਵਿਰਾਗ ਹੈ। ਬਥੇਰੇ ਆਪਣੇ ਆਪ ਨੂੰ ਵਿਰਾਗੀ ਕਹਿੰਦੇ ਨੇ। ਤੇ ਵਿਰਾਗੀ ਬਣੀਏ ਤਾਂ ਮਾਲਕ ਪਰਮਾਤਮਾ ਦੇ ਮਿਲਣ ਦੀ ਅੰਦਰ ਚਾਹਨਾ ਪੈਦਾ ਹੋਵੇ, ਕਿਰਪਾ ਹੋਵੇ। ਇਹ ਜਿਹੜੀ ਹੈ ਪਾਹ ਹੈ ਜੀਵਨ ਦੀ। ਇਹ ਜਦੋਂ ਸਤਿਗੁਰੂ ਸਤਸੰਗ ਵਿੱਚ ਸਾਨੂੰ ਲਾਉਂਦੇ ਆ ਪਾਹ ਦੇ ਕੇ, ਫਿਰ ਇਹ ਜੀਵਨ ਰੂਪੀ ਬਸਤਰ ਤੇ ਨਾਮ ਦਾ ਮਜੀਠੜਾ ਰੰਗ ਚਾੜ ਦਿੰਦੇ ਆ। ਫਿਰ ਉਹ ਰੰਗ ਕਦੇ ਉਤਰਦਾ ਨਹੀਂ, ਚਾਹੇ ਬੰਦ ਕੱਟੇ ਗਏ, ਖੋਪਰ ਉਤਾਰ ਤੇ ਕੀ ਕੁਝ ਹੋਇਆ, ਪਰ ਵਾਹਿਗੁਰੂ ਦਾ ਪ੍ਰੇਮ ਰੰਗ ਨਹੀਂ ਉਤਾਰ ਸਕੇ। ਮਾਲਕ ਅੱਗੇ ਬੇਨਤੀ ਕਿ ਐਸਾ ਰੰਗ ਸਾਡੇ ਜੀਵਨ ਵਿੱਚ ਚੜ ਜੇ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ